ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕਟੈ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕਟੈ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ। ਕਿਰਪਾ ਨਿਧ ਭਗਤ ਵਛਲ ਖੰਡਾਂ ਬ੍ਰਹਮੰਡਾਂ ਵਿੱਚ ਪ੍ਰਕਾਸ਼ਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਨਿਰੰਕਾਰ ਦਾ ਸ਼ਬਦ ਸਰੂਪ। ਹਾਜ਼ਰ ਨਾਜ਼ਰ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਪੂਰੇ ਦੇ ਚਰਨਾਂ ਵਿੱਚ ਆਣ ਬੈਠੇ। ਆਮ ਤੌਰ ਤੇ ਜਦੋਂ ਸਟੇਜ ਤੋਂ ਕੋਈ ਗੱਲ ਕੀਤੀ ਜਾਂਦੀ ਹੈ ਨਾ ਸੰਗਤ ਨੂੰ ਮੁਖਾਤਬ ਹੋ ਕੇ, ਗੁਰੂ ਘਰ ਦੇ ਕੀਰਤਨੀਏ ਕਥਾਵਾਚਕ ਵਿਦਵਾਨ ਸੱਜਣ ਸਟੇਜ ਸਕੱਤਰ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਸਾਧ ਸੰਗਤ ਜੀ ਤੁਸੀਂ ਭਾਗਾਂ ਵਾਲੇ ਹੋ। ਦਾਸ ਨੇ ਵੀ ਕਿਹਾ ਕੇਵਲ 1 ਮਿੰਟ ਇਸ ਗੱਲ ਤੇ ਲਾਉਣਾ ਹੈ ਵੀ ਤੁਹਾਨੂੰ ਕਿਉਂ ਕਿਹਾ ਜਾਂਦਾ ਹੈ ਤੁਸੀਂ ਭਾਗਾਂ ਵਾਲੇ ਹੋ। ਸੁਣਦਿਆਂ ਸੁਣਦਿਆਂ ਤੇ ਜ਼ਿੰਦਗੀ ਬੀਤ ਗਈ। ਤੁਹਾਨੂੰ ਕਿਉਂ ਕਿਹਾ ਜਾਂਦਾ ਹੈ ਇਹਦੇ ਪਿੱਛੇ 3 ਬੜੇ ਵੱਡੇ ਕਾਰਨ ਨੇ। ਪਹਿਲਾ ਕਾਰਨ, ਇਸ ਵੇਲੇ ਕਈ ਬਦਕਿਸਮਤ ਮਨੁੱਖ ਹੋ ਸਕਦਾ ਹੈ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੇ ਹੋਣ, ਪਰ ਬਦਕਿਸਮਤ ਕਿਉਂ ਨੇ? ਮਾਇਆ ਹੱਥ ਵਿੱਚ ਫੜ ਕੇ ਤੇ ਸ਼ਰਾਬ ਦੀਆਂ ਦੁਕਾਨਾਂ ਦੇ ਅੱਗੇ ਜ਼ਹਿਰ ਦਾ ਸੌਦਾ ਕਰਨ ਦੇ ਲਈ ਲੈਣਾ ਲਾ ਕੇ ਖਲੋਤੇ ਹੋਣਗੇ। ਸਾਧ ਸੰਗਤ ਜੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਅੰਮ੍ਰਿਤ ਦੇ ਵਪਾਰੀ ਬਣ ਕੇ ਇੱਥੇ ਆਏ। ਇਸ ਵੇਲੇ ਕਈ ਬਦਕਿਸਮਤ ਭੈਣਾਂ ਹੱਥ ਵਿੱਚ ਰਿਮੋਟ ਫੜ ਕੇ ਲੱਚਰ ਗੀਤ ਸੁਣਨ ਦੀਆਂ ਤਿਆਰੀਆਂ, ਮੰਦੇ ਸੀਰੀਅਲ ਵੇਖਣ ਦੀਆਂ ਤਿਆਰੀਆਂ, ਜਿਨ੍ਹਾਂ ਨੇ ਘਰ ਪੱਟ ਦਿੱਤੇ, ਘਰ ਨਾਸ ਕਰ ਦਿੱਤੇ, ਉਹ ਵੇਖਣ ਦੀਆਂ ਤਿਆਰੀਆਂ ਕਰ ਰਹੀਆਂ ਹੋਣਗੀਆਂ। ਸਾਧ ਸੰਗਤ ਜੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਤਿਆਰ ਬਰ ਤਿਆਰ ਬੈਠੇ। ਇਸ ਵੇਲੇ ਤੁਹਾਡੇ ਦਿੱਲੀ ਸ਼ਹਿਰ ਦੇ ਵਿੱਚ ਕਈ ਬਦਕਿਸਮਤ ਮਰੀਜ਼ ਕਿਸੇ ਸਰੀਰਕ ਦੁੱਖ ਕਰਕੇ ਹਸਪੀਟਲ ਦੇ ਵਿੱਚ, ਨਰਸਿੰਗ ਹੋਮਸ ਦੇ ਵਿੱਚ ਕਰਾ ਰਹੇ ਹੋਣਗੇ, ਚੀਕਦੇ ਹੋਣਗੇ, ਰੌਲਾ ਪਾਉਂਦੇ ਹੋਣਗੇ, ਡਾਕਟਰਾਂ ਨੂੰ ਹੱਥ ਜੋੜਦੇ ਹੋਣਗੇ ਵੀ ਸਾਨੂੰ ਬਚਾ ਲਓ। ਸਾਧ ਸੰਗਤ ਜੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਸਭ ਤੋਂ ਵੱਡੇ ਡਾਕਟਰ ਦੇ ਚਰਨਾਂ ਵਿੱਚ ਆ ਗਏ।
ਇਸ ਲਈ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਭਾਗਾਂ ਵਾਲੇ ਹੋ ਤੇ ਦਾਸ ਦੇ ਭਾਗ ਤੁਹਾਡੇ ਤੋਂ ਵੱਡੇ ਨੇ। ਦਾਸ ਤੋਂ ਪਹਿਲਾਂ ਭਾਈ ਵਰਿੰਦਰ ਸਿੰਘ ਜੀ ਗੁਰੂ ਘਰ ਦੇ ਕੀਰਤਨੀਏ ਤੇ ਇਹਨਾਂ ਦੇ ਸਾਥੀ ਕੀਰਤਨ ਰਾਹੀਂ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਦਾਸ ਤੋਂ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਨੇ ਕੀਰਤਨ ਰਾਹੀਂ ਆਪ ਜੀ ਨੂੰ ਨਿਹਾਲ ਕਰਨਾ। ਇੱਕ ਬੇਨਤੀ ਕਰਾਂ, ਸਾਡੇ ਭਾਗ ਤੁਹਾਡੇ ਤੋਂ ਵੱਡੇ ਨੇ। ਭਾਵੇਂ ਦਾਸ ਤੋਂ ਪਹਿਲਾਂ ਕੀਰਤਨੀਆਂ ਨੇ ਕੀਰਤਨ ਕੀਤਾ, ਦਾਸ ਹਾਜ਼ਰੀ ਭਰ ਰਿਹਾ, ਦਾਸ ਤੋਂ ਬਾਅਦ ਵੀ ਹਾਜ਼ਰੀ ਭਰਨੀ ਕੀਰਤਨੀਆਂ ਨੇ। ਹੁਣ ਤੁਸੀਂ ਕਹੋਗੇ ਬਈ ਇਹਨਾਂ ਦੇ ਭਾਗ ਕਿਉਂ ਵੱਡੇ ਨੇ? ਸਾਧ ਸੰਗਤ ਜੀ, ਤੁਸੀਂ ਇਹਨਾਂ ਨੇਤਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰ ਰਹੇ ਹੋ ਤੇ ਸਾਨੂੰ ਸਟੇਜ ਤੋਂ ਬੈਠ ਕੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਰੱਬ ਵਰਗੀਆਂ ਸੰਗਤਾਂ ਦੇ ਵੀ ਦੀਦਾਰ ਹੋ ਰਹੇ। ਇਸ ਲਈ ਇੱਥੇ ਜਦੋਂ ਆਈਏ ਇੱਕ ਭਾਵਨਾ, ਇੱਕ ਸ਼ਰਧਾ। ਸ਼ਰਧਾ ਕੈਸੀ ਹੋਵੇ? ਆ ਤੁਸੀਂ ਚਰਨਾਂ ਵਿੱਚ ਸਲੀਪਰ ਪਾਉਂਦੇ ਹੋ, ਸ਼ੂਜ਼ ਪਾਉਂਦੇ ਹੋ। ਕਿਸੇ ਨੇ 500 ਵਾਲਾ ਪਾਇਆ, ਕਿਸੇ ਨੇ 5000 ਰੁਪਏ ਵਾਲਾ ਪਾਇਆ, ਕਿਉਂਕਿ ਬ੍ਰਾਂਡਡ ਪਾਣਾ ਸਾਡਾ ਸੁਭਾਅ ਹੈ। ਵਨ ਸਵੰਨੇ ਸਲੀਪਰਸ ਪਾਉਂਦੇ ਹੋ, ਸ਼ੂਜ਼ ਪਾਉਂਦੇ ਹੋ। ਜੇ ਤੁਹਾਨੂੰ ਪੁੱਛੇ ਵੀ ਕੀ ਇਹ, ਭਾਵੇਂ 5000 ਦਾ ਹੀ ਹੋਵੇ, ਤੁਸੀਂ ਕਹਿੰਦੇ ਜੁੱਤੀਆਂ ਨੇ। ਜੁੱਤੀਆਂ ਕਹਿੰਦੇ ਹੋ, ਫੁੱਟਵੀਅਰ ਕਹਿੰਦੇ ਹੋ, ਚੱਪਲਾਂ ਕਹਿੰਦੇ ਹੋ, ਸ਼ੂਜ਼ ਕਹਿੰਦੇ ਹੋ। ਭਾਵੇਂ ਹੋਵੇ 5000 ਦਾ, ਕਹਿੰਦੇ ਜੁੱਤੀਆਂ ਨੇ। ਪਰ ਉਹੀ ਜੁੱਤੀਆਂ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹੋ, ਫਿਰ ਉਹਨੂੰ ਜੁੱਤੀਆਂ ਨਹੀਂ ਕਹਿੰਦੇ, ਜੋੜੇ ਬਣ ਜਾਂਦੇ ਨੇ। ਫਿਰ ਕੀ ਕਹਿੰਦੇ ਆ ਵੀ ਜੋੜਾ ਘਰ ਉੱਥੇ ਰੱਖੋ। ਕਦੇ ਗੁਰੂ ਘਰ ਦੇ ਬਾਹਰ ਕਿਸੇ ਨੇ ਵੇਖਿਆ ਵੀ ਜੁੱਤੀ ਘਰ ਲਿਖਿਆ ਹੋਵੇ, ਸ਼ੂ ਸਟੈਂਡ ਲਿਖਿਆ ਹੋਵੇ? ਜੋੜਾ ਘਰ। ਉਹ ਜਿਸ ਦਰ ਤੇ ਆ ਕੇ ਪੈਰਾਂ 'ਚ ਪਾਉਣ ਵਾਲੀ ਜੁੱਤੀ ਵੀ ਜੋੜਾ ਬਣ ਜਾਂਦੀ ਏ, ਜਿਸ ਦਿਨ ਅਸੀਂ ਇੱਥੇ ਆ ਕੇ ਜੁੜ ਗਏ, ਅਸੀਂ ਕੀ ਬਣ ਜਾਵਾਂਗੇ? ਕਹਿ ਦਿਓ ਮਾਣ ਦੇ ਨਾਲ ਇੱਕ ਵਾਰੀ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਅਵੀਰਾਂ ਵੱਲੋਂ ਆਵਾਜ਼ ਘਟ ਆਈ ਏ। ਤੁਸੀਂ ਪੜ੍ਹੇ ਲਿਖੇ ਹੋ, ਮੈਨੂੰ ਪਤਾ ਤੁਸੀਂ ਘੱਟ ਕਿਉਂ ਬੋਲਦੇ ਹੋ, ਉੱਚਾ ਨਹੀਂ ਬੋਲਦੇ। ਤੁਸੀਂ ਹਰ ਮਹੀਨੇ ਜਿੰਨੀ ਲਾਈਟ ਕੰਜ਼ਿਊਮ ਕਰਦੇ ਹੋ, ਇਲੈਕਟ੍ਰਿਸਿਟੀ, ਹਰ ਮਹੀਨੇ ਬਿੱਲ ਆਉਂਦਾ, ਪੇ ਕਰਦੇ ਹੋ। ਜਿੰਨਾ ਕੋ ਪਾਣੀ ਕੰਜ਼ਿਊਮ ਕਰਦੇ ਉਹਦਾ ਵੀ ਬਿੱਲ ਆਉਂਦਾ, ਪੇ ਕਰਦੇ ਹੋ। ਜਿੰਨਾ ਕੋ ਮੋਬਾਈਲ ਤੇ ਗੱਲਬਾਤ ਹੁੰਦੀ, ਬਿੱਲ ਪੇ ਕਰਦੇ ਹੋ ਨਾ। ਤੇ ਤੁਸੀਂ ਸਾਰੇ ਹੋ ਵਪਾਰੀ। ਤੇ ਤੁਹਾਨੂੰ ਭੁਲੇਖਾ ਹੋਣਾ ਹੈ ਵੀ ਕਿਤੇ ਉੱਚੀਆਂ ਉੱਚੀਆਂ ਪੰਕਤੀਆਂ ਪੜੀਆਂ ਗੁਰਬਾਣੀ ਦੀਆਂ ਤੇ ਕਿਤੇ ਪ੍ਰਬੰਧਕ ਸਾਡੇ ਘਰ ਕੋਈ ਬਿੱਲ ਨਾ ਭੇਜ ਦੇ। ਮੈਂ ਇੱਕ ਗੱਲ ਕਵਾਂ, ਇੱਥੇ ਬਿੱਲ ਨਹੀਂ ਬਣਨਗੇ, ਇੱਥੇ ਕਾਗਜ਼ ਦੇ ਪਰਚੇ ਨਹੀਂ ਬਣਨਗੇ। ਜੇ ਉੱਚੀ ਉੱਚੀ ਬਾਣੀ ਪੜੋਗੇ ਤੇ ਧਰਮਰਾਜ ਦੇ ਘਰੋਂ ਵੀ ਪਰਚੇ ਪਾੜ ਦਿੱਤੇ ਜਾਣਗੇ। ਇੱਕ ਵਾਰੀ ਗੱਜ ਕੇ ਪੜੋ। ਤਿੰਨ ਗੱਲਾਂ ਧਿਆਨ ਰੱਖਣਾ ਬਾਣੀ ਪੜਨ ਵੇਲੇ, ਨਾਮ ਜਪਣ ਵੇਲੇ। ਕਦੇ ਅੱਕਣਾ ਨਹੀਂ, ਕਦੇ ਥੱਕਣਾ ਨਹੀਂ ਤੇ ਕਦੇ ਝੱਕਣਾ ਨਹੀਂ। ਤੇ ਹੁਣ ਡਟ ਕੇ ਹਾਜ਼ਰੀ ਲਵਾਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। आप मुकत मोहे तारे, आप मुकत मोहे तारे। मुक्ति कौन दे सकता जी? जेड़ा आप मुकत होवे। बाबा जी कहते ने आप मुकत मुकत करे संसार, नानक तिस जन को सदा नमस्कार। जेड़ा आप ही मुकत नहीं, वो तुहानू मुकत किथों करेगा? ਜਿਹਦੇ ਕੋਲ ਆਪ ਹੀ ਪੱਲੇ ਕੁਝ ਨਹੀਂ, ਤੁਹਾਨੂੰ ਕੀ ਦੇਗਾ? ਹੁਣ ਤੁਸੀਂ ਕਹੋ ਵੀ ਕਿਸੇ ਡੇਰੇ ਦੇ ਜਾਵਾਂ, ਮੱਥਾ ਟੇਕਾਂ, ਬਾਬੇ ਦੇ ਚਰਨ ਘੁੱਟਾਂ, ਜਿਹਨੂੰ ਆਪ 10-10 ਰਾਈਫਲਾਂ ਵਾਲਿਆਂ ਨੇ ਘੇਰਿਆ ਹੋਇਆ ਵੀ ਕਿਤੇ ਕੋਈ ਆ ਕੇ ਠਾਂ ਨਾ ਕਰ ਜਾਵੇ। ਜਿਹੜਾ ਆਪ ਮੌਤ ਤੋਂ ਡਰਦਾ ਹੈ, ਜੇ ਆਪ ਮੌਤ ਤੋਂ ਮੁਕਤ ਨਹੀਂ ਹੋਇਆ, ਮਾਫੀ ਦੇਣਾ, ਸਾਨੂੰ ਤੁਹਾਨੂੰ ਮੌਤ ਤੋਂ ਕੀ ਬਚਾਏ? ਇਸ ਕਰਕੇ ਫਿਰ ਮਾਣ ਨਾਲ ਕਹੋ, ਐਸੇ ਗੁਰ ਕੋ ਬਲ ਬਲ ਜਾਈਏ, ऐसे गुर को बल बल जाइए। धन श्री गुरु ग्रंथ साहिब जी, धन श्री गुरु ग्रंथ साहिब जी। आज जो ऐसे गुरु की गल होवे ना,
ਤੇ ਅੱਖਾਂ ਦੇ ਅੱਗੇ ਨਿਸ਼ਾਨਾ ਕੇਵਲ ਇੱਕ ਹੀ ਹੋਵੇ, ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ, ਦੂਜਾ ਨਾ ਹੋਵੇ। ਇੱਕ ਬੇਨਤੀ ਕਰਦਾ ਹੁਣਾ, ਜਦੋਂ ਪੂਜਾ ਕਰਦੇ ਹੋ, ਜਦੋਂ ਬਾਣੀ ਪੜ੍ਹਦੇ ਹੋ, ਜਦੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹੋ, ਸਿੱਖ ਦੇ ਜੀਵਨ ਵਿੱਚ ਪੂਜਾ ਵੇਲੇ ਕੋਈ ਦੂਜਾ ਨਾ ਹੋਵੇ। ਇੱਕ ਨੂੰ ਆਸਣ ਤੇ ਬਿਠਾਣਾ, ਦੂਜੇ ਨੂੰ ਨਹੀਂ। ਤੇ ਮੰਗਣਾ ਵੀ ਇੱਕ ਕੋਲੋਂ ਹੀ, ਥਾਂ ਥਾਂ ਦੇ ਧੱਕੇ ਨਹੀਂ ਖਾਣੇ। ਗੁਰੂ ਨੇ ਸਾਨੂੰ ਧੱਕਿਆਂ ਤੋਂ ਬਚਾਇਆ ਹੈ। ਬੇਨਤੀ ਕਰਾਂ, ਕਦੇ ਗੁਰੂ ਕੋਲੋਂ ਮੰਗਣ ਦੀ ਸਾਨੂੰ ਜਾਚ ਆ ਜਾਵੇ ਨਾ, ਤੇ ਸੱਚ ਜਾਣਨਾ ਸਾਡੇ ਸਾਰੇ ਭੰਡਾਰ ਭਰੇ ਜਾ ਸਕਦੇ ਨੇ। ਅਸੀਂ ਖਾਲੀ ਕਿਉਂ ਰਹਿ ਜਾਂਦੇ ਆ ਵੀ ਸਾਨੂੰ ਅਜੇ ਮੰਗਣ ਦੀ ਜਾਚ ਨਹੀਂ। ਤੇ ਦਾਸ ਇੱਕ ਬੇਨਤੀ ਕਰਦਾ ਹੁੰਦਾ ਹੈ, ਕਿਤੇ 3 ਦੱਦੇ ਮੰਗ ਲਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। 3 ਦੱਦੇ। जब भी कुछ मांगो तो सही मांगो, सही का मतलब है केवल वही मांगो। कभी ये मांगा, कभी वो मांगा, इससे तो अच्छा है कि नहीं मांगो। धन गुरु ग्रंथ साहब जी, आपके चरणों से जुड़ा रहूं सदा के लिए। जब भी दुआ को हाथ उठे तो यही मांगो। किते मंगण दी जाच आ जावे, 3 दद्दे मंग लेना। ਹੁਣ ਕਈਆਂ ਨੇ ਕਹਿਣਾ ਵੀ 35 ਅੱਖਰੀ ਵਿੱਚੋਂ ਦੱਦਾ ਹੀ ਕਿਉਂ ਲਵੇ? ਗੁਰਮੁਖੀ ਦੀ 35 ਅੱਖਰੀ ਤੇ ਭਾਈ ਸਾਹਿਬ ਕਹਿੰਦੇ 3 ਦੱਦੇ ਮੰਗ ਲਓ। ਦੱਦਾ ਪਤਾ ਕਿਉਂ ਮੰਗਣਾ? ਜਿਹਦੇ ਅੱਗੇ ਅਸੀਂ ਹੱਥ ਜੋੜ ਕੇ ਖੜੇ ਆ, ਉਹ ਕੌਣ ਹੈ? ਦੱਦੇ ਤੋਂ ਦਾਤਾ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਤੇ ਦਿੰਦਾ ਕਿੰਨਾ ਜੀ? ਦਿੰਦੇ ਟੋਟ ਨਾ ਹੋਵੇ, ਅਗਣਤ ਭਰੇ ਭੰਡਾਰ। ਦਾਤੇ ਕੋਲੋਂ ਮੰਗਣਾ। ਇੱਕ ਦਾਤਾ ਸਭ ਜਗਤ ਭਿਖਾਰੀ ਆ। ਦੱਦੇ ਤੋਂ ਦਾਤੇ ਤੋਂ ਮੰਗਣਾ, ਤੇ ਜਿਹਦੇ ਕੋਲੋਂ ਮੰਗਦੇ ਆ ਉਹ ਤੇ ਦੱਦੇ ਤੋਂ ਦਾਤਾ। ਤੇ ਅਸੀਂ ਕੌਣ ਆ ਜੀ? ਦੱਦੇ ਤੋਂ ਦੀਨ, ਭਿਖਾਰੀ, ਮੰਗਤੇ, ਬੈਗਰਸ, ਜਾਚਕ। दीन, हम दीन, तुम जुग जुग दाते। शब्दे देह बुझाई। मंगण वाला दद्दे तो दीन, देण वाला दद्दे तो दाता। ते हुण मंगना की है जी असीं दाते कोलों? दद्दे तो दान। मंगण वाला दद्दे तो दाता, मंगण वाला दद्दे तो दीन, देण वाला दद्दे तो दाता। ते जो मंगना वो दद्दे तो दान। ते फिर क्यों ना 3 दद्दे मंग लईए? ਆ ਪ੍ਰਬੰਧਕਾਂ ਵੱਲੋਂ, ਮੇਰੇ ਕੀਰਤਨੀਏ ਵੀਰਾਂ ਵੱਲੋਂ ਇਹ ਦੀਵਾਨ ਕਰਾਏ ਸਫਲ ਹੋ ਸਕਦੇ ਨੇ। ਗੁਰੂ ਦੇ ਕੀਰਤਨੀਆਂ ਦਾ ਕੀਤਾ ਕੀਰਤਨ ਸਫਲ ਹੋ ਸਕਦਾ ਹੈ। ਦਾਸ ਗਰੀਬ ਦਾ ਬੋਲਿਆ ਸਫਲ ਹੋ ਸਕਦਾ ਹੈ। ਸਾਧ ਸੰਗਤ ਜੀ, ਅੱਜ ਕਿਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਸਾਨੂੰ 3 ਦੱਦੇ ਮੰਗਣ ਦੀ ਜਾਚ ਆ ਜਾਵੇ। ਕੇਵਲ ਬੋਲ ਕੇ ਲੰਘਾ ਜਿੰਨਾ ਕੋ ਸਮਾਂ ਤੁਸਾਂ ਬਖਸ਼ਿਆ। ਪਹਿਲਾ ਦੱਦਾ, ਭਾਵਨਾ ਦੀਆਂ ਡਾਇਰੀਆਂ ਖੋਲ ਲਓ ਤੇ ਸ਼ਰਧਾ ਦੀ ਕਲਮ ਨਾਲ ਨੋਟ ਕਰ ਲਓ, ਬੜਾ ਕੰਮ ਆਏਗਾ। ਕਿਉਂਕਿ ਸ਼ਰਧਾ ਜਦੋਂ ਤੱਕ ਸਾਡੇ ਜੀਵਨ ਵਿੱਚ ਨਹੀਂ, ਖੇਡ ਨਹੀਂ ਜੇ ਬਣੇਗੀ। ਦਾਸ ਕਈ ਵਾਰ ਇੱਕ ਬੇਨਤੀ ਕਰਦਾ ਹੁੰਦਾ ਹੈ, ਗੁਰੂ ਘਰ ਆਉਣ ਵਾਲਿਓ, ਨਮਸਕਾਰਾਂ ਕਰਨ ਵਾਲਿਓ, ਰੋਜ਼ ਤੁਸੀਂ ਨਿਤਨੇਮ ਕਰਦੇ ਹੋ, ਮੁਬਾਰਕ ਹੈ। ਗੁਰੂ ਘਰ ਆਉਂਦੇ ਹੋ, ਮੁਬਾਰਕ ਹੈ। ਦਸਵੰਧ ਕੱਢਦੇ ਹੋ, ਮੁਬਾਰਕ ਹੈ। ਹੱਥੀਂ ਸੇਵਾ ਕਰਦੇ ਹੋ, ਮੁਬਾਰਕ ਹੈ। ਪਰ ਜਦੋਂ ਤੱਕ ਸ਼ਰਧਾ ਦਾ ਤੁਹਾਨੂੰ ਪੱਲੇ ਨਹੀਂ ਨਾ ਪਿਆ, ਤੇ ਦਾਸ ਇੱਕ ਬੇਨਤੀ ਕਰੇ, ਸ਼ਰਧਾ ਬਿਨਾ ਨਹੀਂ ਸਰਦਾ। ਜਦੋਂ ਤੱਕ ਸ਼ਰਧਾ ਨਹੀਂ, ਖੇਡ ਨਹੀਂ ਜੇ ਬਣਦੀ। ਸ਼ਰਧਾ ਦੀਆਂ ਡਾਇਰੀਆਂ ਖੋਲ ਕੇ ਭਾਵਨਾ ਦੀ ਕਲਮ ਨਾਲ ਲਿਖ ਲਓ, ਜ਼ਿੰਦਗੀ 'ਚ ਕੰਮ ਆਏਗਾ। ਪਹਿਲਾ ਦੱਦਾ। ਇਹ ਹੁਣ 3 ਦੱਦੇ ਐਸੇ ਨੇ, ਸੰਸਾਰ ਦਾ ਕੋਈ ਸੁੱਖ ਨਹੀਂ ਜਿਹੜਾ ਇਹਨਾਂ 3 ਦੱਦਿਆਂ ਵਿੱਚ ਨਾ ਆ ਜਾਵੇ। ਪਹਿਲਾ ਦੱਦਾ, ਦਰਗਾਹੀ ਦਾਤਾਂ। ਹੁਣ ਦਰਗਾਹੀ ਦਾਤਾਂ ਕੀ ਨੇ? ਜਿਨ੍ਹਾਂ ਦਾਤਾਂ ਦੇ ਸਦਕੇ ਸਾਡੀ ਧੁਰ ਦਰਗਾਹ ਦੇ ਨਾਲ ਸਾਂਝ ਪੈਂਦੀ ਹੈ। ਦਰਗਾਹ ਦੇ ਨਾਲ, ਗੁਰੂ ਦੇ ਚਰਨਾਂ ਨਾਲ ਸਾਡੀ ਸਾਂਝ ਪੈਂਦੀ ਹੈ। ਦਰਗਾਹੀ ਦਾਤਾਂ ਕੀ ਨੇ? ਇਹ ਸੱਚੇ ਪਾਤਸ਼ਾਹ, हे मेरे धन धन श्री गुरु ग्रंथ साहब पिता जी, हे मेरे सोहने दाता जी, किरपा करो मेरे जीवन में अमृत दी दात बख्शो। मेरे जीवन में अमृत बाणी नाल प्यार बख्शो। मेरे जीवन में अमृत वेले दा जागना बख्शो। अमृत वेले दा जागना जीवन में बहुत जरूरी जी। ते सच कह दिया, जिन्हां दे पल्ले अमृत वेले दा धन है ना, ਉਹ ਗੁਰੂ ਦੇ
ਬਖਸ਼ੇ ਜਾ ਸਕਦੇ ਨੇ, ਬਾਕੀ ਤਾਂ ਗੱਲਾਂ ਹੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਅੰਮ੍ਰਿਤ ਵੇਲੇ ਦੇ ਸੰਬੰਧ ਵਿੱਚ ਬਹੁਤ ਉਦਾਹਰਣ ਦਿੱਤੇ ਗਏ ਨੇ, ਥਾਂ ਥਾਂ ਤੇ ਐਗਜ਼ਾਮਪਲ ਦਿੱਤੇ ਗਏ ਨੇ, ਕਿਤੇ ਕੋਈ ਸਾਡੀ ਮੱਤ ਵਿੱਚ ਪੈ ਜਾਵੇ। ਦਰਗਾਹੀ ਦਾਤਾਂ ਸਤਿਗੁਰੂ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੋ, ਇਸ਼ਨਾਨ ਬਖਸ਼ੋ, ਕੁਝ ਸਮਾਂ ਚੌਂਕੜਾ ਮਾਰ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਂ। ਸੱਚਿਆ ਪਾਤਸ਼ਾਹ ਤੇਰੀਆਂ 5 ਬਾਣੀਆਂ ਬੜੇ ਪਿਆਰ ਨਾਲ ਪੜਾਂ, ਤੇਰੇ ਚਰਨਾਂ ਵਿੱਚ ਮੇਰੀ ਹਾਜ਼ਰੀ ਲੱਗੇ। ਉਹ ਦਾਤਾ ਜੀ 5 ਬਾਣੀਆਂ ਦਾ ਭਾਵੇਂ ਭੋਗ ਪੈ ਜਾਵੇ ਪਰ ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਲੱਗੀ ਰਹੇ। ਕਿਹੜੀ ਅਵਸਥਾ ਹੈ ਜੀ? ਤੋਰ ਭਜਨ ਕੀ ਰਹੇ ਪਿਆਸਾ, ਇਹ ਪਿਆਸ ਸਦਾ ਲੱਗੀ ਰਹੇ। 5 ਬਾਣੀਆਂ ਪੜਾਂ ਤੇ ਸੁਖਮਨੀ ਪੜਨ ਦਾ ਚਿੱਤ ਕਰੇ, ਸੁਖਮਨੀ ਪੜਾਂ, ਸ਼ਬਦ ਹਜ਼ਾਰੇ ਪੜਨ ਦਾ ਚਿੱਤ ਕਰੇ, ਆਸਾ ਕੀ ਵਾਰ ਪੜਨ ਦਾ, ਗੁਰੂ ਘਰ ਜਾ ਕੇ ਸੁਣਨ ਦਾ ਚਿੱਤ ਕਰੇ। ਇਹ ਹੈ ਦਰਗਾਹੀ ਦਾਤਾਂ। ਸਤਿਗੁਰੂ ਬਖਸ਼ਿਆਂ ਦੇ ਮੇਲੇ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਆ ਜਿਹੜੇ 3 ਦੱਦੇ ਮੰਗਣ ਦੀ ਗੱਲ ਚੱਲੀ ਹੈ ਨਾ, ਤੁਸੀਂ ਜਿਹੜੀ ਪੰਥਕ ਅਰਦਾਸ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋ, ਇਹਦੇ ਵਿੱਚ ਤੁਸੀਂ ਰੋਜ਼ 7 ਦਾਨ ਮੰਗਦੇ ਹੋ। ਉਹ ਦਾਨ ਕਿਹੜੇ ਕਿਹੜੇ ਨੇ ਤੁਹਾਨੂੰ ਯਾਦ ਹੋਣਗੇ, ਰੋਜ਼ ਮੰਗਦੇ ਹੋ ਨਾ। ਇਹ 7 ਦੇ 7 ਦਾਨ ਦਰਗਾਹੀ ਦਾਤਾਂ ਨਾਲ ਸੰਬੰਧਿਤ ਨੇ। ਕੀ ਮੰਗਦੇ ਹੋ ਜੀ ਰੋਜ਼? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਤੇ ਫਿਰ ਕੀ ਮੰਗਦੇ ਹੋ? ਦਾਨਾ ਸਿਰ ਨਾਮ ਦਾਨ। ਇਹ 7 ਦੇ 7 ਦਾਨ ਇਹ ਤੁਰਦਰਗਾਹ ਦੇ ਨਾਲ ਸਾਡੀ ਸਾਂਝ ਪਾਉਂਦੇ ਨੇ। ਤੇ ਅਰਦਾਸ ਦੇ ਵਿੱਚ ਅਸੀਂ ਇੱਕ ਚੀਜ਼ ਹੋਰ ਮੰਗਨੇ ਆ, ਇਹ ਵੀ ਦਰਗਾਹੀ ਦਾਤਾਂ ਨਾਲ ਸੰਬੰਧਿਤ ਹੈ। ਕੀ ਮੰਗਨੇ ਆ ਰੋਜ਼? ਸਿੱਖਾਂ ਦਾ ਮਨ ਨੀਵਾ, ਮਨ ਨੀਵਾ। ਮੈਂ ਕਿਹਾ ਥੋੜਾ ਉੱਚਾ ਬੋਲੋ, ਹਾਜ਼ਰੀ ਲੱਗ ਜਾਏ ਸਾਰਿਆਂ ਦੀ। ਮਨ ਨੀਵਾ, ਮਤ ਉੱਚੀ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਸਿੰਪਲ ਲਿਵਿੰਗ ਹਾਈ ਥਿੰਕਿੰਗ। ਮਨ ਨੀਵਾ, ਨਿਮਰਤਾ, ਗੁਰਮਤਿ ਹਿਰਦੇ ਗਰੀਬੀ ਆਵੇ। ਦਿੱਲੀ ਵਾਲੇ ਹੋ, ਝਾਤ ਮਾਰੀਏ ਆਪਣੇ ਆਪਣੇ ਹਿਰਦੇ ਦੇ ਵਿੱਚ, ਕਿੰਨਾ ਕੁ ਸਾਡਾ ਮਨ ਨੀਵਾ। ਮੰਗਦੇ ਰੋਜ਼ ਆ ਮਨ ਨੀਵਾ, ਮਤ ਉੱਚੀ, ਕਿੰਨਾ ਕੁ ਮਨ ਨੀਵਾ। ਜਰਾ ਜੀ ਕੋਈ ਸਾਡੇ ਸਾਹਮਣੇ ਗੱਲ ਪੁੱਠੀ ਕਰਕੇ ਤਾਂ ਵੇਖੇ, ਫਿਰ ਪਤਾ ਲੱਗਦਾ ਮਨ ਕਿੱਥੇ ਪਹੁੰਚਿਆ ਸਾਡਾ। ਮੰਗਦੇ ਆ ਮਨ ਨੀਵਾ, ਮਤ ਉੱਚੀ, ਪਰ ਕੰਮ ਪੁੱਠਾ ਹੀ ਹੈ। ਮਨ ਉੱਚਾ ਤੇ ਮਤ ਨੀਵੀਂ ਹੋ ਗਈ। ਹਾਲਾਤ ਕੀ ਨੇ? ਆ ਜਿਹੜੀ ਉਂਗਲ ਹੈ ਨਾ, ਜਦੋਂ ਸਾਡੇ ਜੀਵਨ ਵਿੱਚ ਕ੍ਰੋਧ ਪ੍ਰਗਟ ਹੋਏਗਾ, ਜਦੋਂ ਸਾਡੇ ਜੀਵਨ ਵਿੱਚ ਹੰਕਾਰ ਪ੍ਰਗਟ ਹੋਏਗਾ, ਸਭ ਤੋਂ ਪਹਿਲਾਂ ਇਹ ਉਂਗਲ ਵਰਤੀ ਜਾਂਦੀ ਹੈ। ਜਦੋਂ ਗੁੱਸਾ ਆਏਗਾ, ਜਦੋਂ ਹੰਕਾਰ ਆਏਗਾ, ਬੰਦਾ ਇਹ ਉਂਗਲ ਵਰਤਦਾ ਹੈ। ਤੈਨੂੰ ਪਤਾ ਮੈਂ ਕੌਣ? ਇਹ ਉਂਗਲ, ਇਹ ਹੰਕਾਰ ਦੀ ਨਿਸ਼ਾਨੀ ਜੇ। ਤੈਨੂੰ ਪਤਾ ਮੈਂ ਤੇਰਾ ਕੀ ਹਾਲ ਕਰ ਦੇਣਾ। ਸੱਸਾਂ ਥੋੜਾ ਜ਼ਿਆਦਾ ਵਰਤਦੀਆਂ ਨੂੰਹਾਂ ਦੇ ਅੱਗੇ, ਆਣ ਦੇ ਮੁੰਡੇ ਨੂੰ ਘੱਟ, ਭਾਵੇਂ ਕੁੜੀਆਂ ਵੀ ਨਹੀਂ, ਚਲੋ ਮੈਂ ਇਸ ਪਾਸੇ ਨਾ ਜਾਵਾਂ। ਇਹ ਉਂਗਲ ਬੜੀ ਵਰਤੀ ਜਾਂਦੀ ਹੈ। ਜਦੋਂ ਕਿਤੇ ਕ੍ਰੋਧ ਪ੍ਰਗਟ ਹੋ ਜਾਵੇ, ਕਿਤੇ ਹੰਕਾਰ ਪ੍ਰਗਟ ਹੋ ਜਾਵੇ, ਤੇ ਅੱਖਾਂ ਬੰਦ ਕਰਕੇ ਮੰਗਨੇ ਆ ਮਨ ਨੀਵਾ, ਤੇ ਮਨ ਚੜਿਆ ਕਿਤੇ ਹੋਰ। ਮਨ ਤੋਂ ਮੈਗਲ ਹੋਏ ਰਹੇ ਹੋ, ਮਨ ਤੇ ਹਾਥੀ ਵਰਗਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਮੁਕਤ ਦੁਆਰਾ ਸੰਤਰਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਆ ਕਿਉਂ ਕਿ ਜੇ ਹਾਥੀ ਵਰਗਾ। ਆਪਾਂ ਕਹਿੰਦੇ ਹੈ ਕੋਈ ਮੇਰੇ ਵਰਗਾ? ਅੰਗਰੇਜ਼ੀ ਦੇ ਵਿੱਚ 26 ਅਲਫਾਬੈਟਸ ਨੇ। ਸੰਸਾਰ ਦੇ ਵਿੱਚ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਤੇ ਲਿਖੀਆਂ ਜਾਂਦੀਆਂ ਨੇ, ਪੜ੍ਹੀਆਂ ਜਾਂਦੀਆਂ ਨੇ।
ਤੇ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਜੇ ਲਿਖਣ ਵਿੱਚ ਕੋਈ ਸਭ ਤੋਂ ਛੋਟਾ ਅੱਖਰ ਹੈ ਨਾ ਹਜ਼ਾਰਾਂ ਭਾਸ਼ਾਵਾਂ ਵਿੱਚੋਂ, ਉਹ ਹੈ ਅੰਗਰੇਜ਼ੀ ਦਾ 9th ਐਲਫਾਬੈਟ ਆਈ। ਸਿਰਫ ਇੱਕ ਲੀਕ ਪਾ ਦਿਓ, ਦਿਸ ਇਜ਼ ਮੋਰ ਦੈਨ ਸਫੀਸ਼ੀਐਂਟ। ਆਈ ਲਿਖਿਆ ਗਿਆ ਬਸ। ਊੜਾ ਐੜਾ ਲਿਖਣਾ ਹੋਵੇ, ABC ਲਿਖਣਾ ਹੋਵੇ, ਹੋਰ ਭਾਸ਼ਾ ਲਿਖਣੀ ਹੋਵੇ, ਕਲਮ ਨੂੰ ਕਿੰਨੀ ਵਾਰੀ ਘੁਮਾਉਣਾ ਪੈਂਦਾ। ਪਰ ਜਦੋਂ ਆਈ ਲਿਖਣਾ ਹੋਵੇ ਕਿ ਲੀਕ ਪਾ ਦਿਓ। ਲਿਖਣ ਦੇ ਵਿੱਚ ਸਭ ਤੋਂ ਛੋਟਾ ਅੱਖਰ ਜੇ ਸੰਸਾਰ ਦੇ ਵਿੱਚ ਆਈ, ਪਰ ਹੈ ਬੜਾ ਖਤਰਨਾਕ। ਬਚਪਨ ਚਲਾ ਗਿਆ, ਜਵਾਨੀ ਗੁਜ਼ਰ ਗਈ, ਬੁਢਾਪਾ ਲੰਘ ਰਿਹਾ, ਮੌਤ ਦੇ ਨੇੜੇ ਆ ਗਏ, ਪਰ ਆਈ ਦਾ ਪ੍ਰਭਾਵ ਨਹੀਂ ਮੁੱਕਦਾ। ਮੈਂ, ਤੈਨੂੰ ਪਤਾ ਮੈਂ ਕੌਣ? ਅਗਲੇ ਪਲ ਦਾ ਭਰੋਸਾ ਨਹੀਂ। ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ, ਰਾਮ ਅਜੇ ਮੈਂ ਜੀ ਵਸਿਆ। ਤੇ ਬਾਬਾ ਜੀ ਕਹਿੰਦੇ ਜਦੋਂ ਤੱਕ ਤੂੰ ਨਹੀਂ ਕੀਤਾ, ਪ੍ਰਗਟ ਕਿਵੇਂ ਹੋਏਗਾ? ਜਿਹਨੂੰ ਮੱਥੇ ਪਿਆ ਟੇਕਣਾ, ਤੂੰ ਕਰਤਾ तू हुआ मुझ में रहा ना हूं, जब आपा फरका मिट गया, जत देखो तत तू खेड़ता। इत्थे खड़ी गुरमत दी ਅਸੀਂ ਇਹਦੇ ਮੈਚ ਹੀ ਫਸੇ। ਅਜੇ ਅਸੀਂ ਆ ਉਂਗਲਾਂ ਹੀ ਵਿਖਾਈ ਜਾਂਦੇ ਆ। ਘਰ ਬਾਈਆਂ ਕੰਮ ਕਰਦੀਆਂ, ਮੇਟਸ ਕੰਮ ਕਰਦੀਆਂ, ਦੁਕਾਨਾਂ ਤੇ ਸਰਵੈਂਟਸ ਕੰਮ ਕਰਦੇ ਨੇ, ਸਾਰਾ ਦਿਨ ਆਕਣਾ ਵਿਖਾਣੇ ਆ। ਆਕਣਾ ਕਿਸੇ ਆਪਣੇ ਤੋਂ ਨੀਵੇਂ ਨੂੰ ਵੇਖੋ, ਸ਼ੁਕਰਾਨੇ ਕਰਿਆ ਕਰੋ, ਸ਼ੁਕਰਾਨੇ ਦੇ ਜਪਜੀ ਸਾਹਿਬ ਦੇ ਪਾਠ ਕਰਿਆ ਕਰੋ। ਮਾਲਕਾ ਤੇਰੇ ਹੱਥ 'ਚ ਖੇਡ ਏ, ਜਦੋਂ ਮਰਜੀ ਤੂੰ ਮੈਨੂੰ ਇੱਥੇ ਖੜਾ ਕਰ ਸਕਦੀ, ਪਰ ਤੂੰ ਮੈਨੂੰ ਕਿੰਨਾ ਮਾਣ ਬਖਸ਼ਿਆ। ਮੈਨੂੰ ਗੱਡੀਆਂ, ਮੋਟਰਾਂ, AC ਕੋਠੀਆਂ ਸਭ ਕੁਝ ਦਿੱਤਾ ਹੈ। ਦਾਤਿਆ ਮੈਂ ਇਸ ਜੋਗਾ ਤੇ ਨਹੀਂ ਸੀ, ਪਰ ਜਿਉਂ-ਜਿਉਂ ਸਾਨੂੰ ਗੁਰੂ ਨੇ ਸੁੱਖ ਦਿੱਤੇ, ਅਸੀਂ ਤਿਉਂ-ਤਿਉਂ ਹਉਮੈ ਵਿੱਚ ਖੱਚਤ ਹੁੰਦੇ ਗਏ। ਮੰਗਦੇ ਰੋਜ਼ ਆ ਮਨ ਨੀਵਾ ਮਤ ਉੱਚੀ। ਮਨ ਨੀਵਾ ਕਿੰਨਾ? ਆਪਣੇ ਆਪਣੇ ਅੰਦਰ ਨੂੰ ਚੈੱਕ ਕਰ ਲੈਣਾ, ਸਾਡੇ ਹਾਲਾਤ ਕੀ ਨੇ ਤੇ ਗੁਰੂ ਨੇ ਸਾਨੂੰ ਕਿਉਂ ਜਿਹਾ ਬਣਾਇਆ ਸੀ। ਹਾਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸਿੱਖੀ ਨੂੰ ਐਕਸਪਲੇਨ ਕੀਤਾ ਨਾ, ਸਿੱਖੀ ਦੀ ਪਰਿਭਾਸ਼ਾ ਦੀ ਗੱਲ ਕੀਤੀ। ਅੱਜ ਆਪਣੇ ਹਾਲਾਤ ਵੇਖੀਏ, ਇਹ ਸਾਡੀ ਹਉਮੈ ਨੇ ਹੀ ਅੱਜ ਪਹਿਲਾਂ ਸਾਡੇ ਪਰਿਵਾਰ ਦੇ ਵਿੱਚ ਰੌਲਾ ਪਾਇਆ, ਫਿਰ ਸੰਸਾਰ ਵਿੱਚ ਰੌਲਾ ਪਾਇਆ, ਸਮਾਜ ਦੇ ਵਿੱਚ ਰੌਲਾ ਪਾਇਆ, ਤੇ ਅੱਜ ਸਾਡੀ ਹਉਮੈ ਨੇ ਸਿੱਖ ਨਹੀਂ ਸਿੱਖ ਦੀ ਪੱਗ ਨੂੰ ਵੀ ਹੱਥ ਪਾ ਲਿਆ। ਕੀ ਇੱਕ ਹਉਮੈ ਹੀ ਹੈ ਨਾ, ਮੈਂ ਫਲਾਣੀ ਟਕਸਾਲ ਦਾ, ਮੈਂ ਫਲਾਣੀ ਜਥੇਬੰਦੀ ਦਾ, ਮੈਂ ਫਲਾਣੀ ਸੁਸਾਇਟੀ ਦਾ, ਮੈਂ ਫਲਾਣੇ ਗੁਰਦੁਆਰੇ ਦਾ। ਅੱਜ ਦੇ ਹਾਲਾਤ ਵੇਖ ਕੇ ਤਰਸ ਆਉਂਦਾ ਹੈ। ਮਨ ਨੀਵਾ ਮਤ ਉੱਚੀ ਪੜਨ ਵਾਲੇ, ਨੀਲੀ ਪੱਗ ਵਾਲਾ ਕਾਲੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਂਦਾ, ਤੇ ਚਿੱਟੀ ਪੱਗ ਵਾਲਾ ਕੇਸਰੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਂਦਾ। ਅਸੀਂ ਤੇ ਫਲਾਣੀ ਟਕਸਾਲ ਦੇ ਆ, ਫਲਾਣੀ ਜਥੇਬੰਦੀ ਦੇ ਆ, ਫਲਾਣੀ ਸੁਸਾਇਟੀ ਦੇ ਆ। ਹੁਣ ਕੀ ਗੱਲ ਕਰਾਂ? ਇੱਕ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੂਜੇ ਗੁਰਦੁਆਰੇ ਦੇ ਸਕੱਤਰ ਸਾਹਿਬ ਨੂੰ ਫਤਿਹ ਨਹੀਂ ਬੁਲਾਉਂਦੇ। ਇੱਕ ਪ੍ਰਚਾਰਕ ਦੂਜੇ ਪ੍ਰਚਾਰਕ ਨੂੰ ਫਤਿਹ ਨਹੀਂ ਜੇ ਬੁਲਾਉਂਦਾ। ਇੱਕ ਸੁਖਮਨੀ ਸੇਵਾ ਸੁਸਾਇਟੀ ਦੀ ਬੀਬੀ ਦੂਜੀ ਸੁਸਾਇਟੀ ਵਾਲੀ ਨੂੰ ਫਤਿਹ ਨਹੀਂ ਬੁਲਾਉਂਦੀ। ਮੈਂ ਤੇ ਬੁੱਧਵਾਰ ਦੇ ਗਰੁੱਪ ਵਾਲੀ ਆ, ਇਹ ਤੇ ਮੰਗਲਵਾਰ ਵਾਲੀ ਏ। ਮੇਰੇ ਮਗਰ ਤਾਂ 200 ਬੀਬੀਆਂ ਨੇ, ਇਹਦੇ ਮਗਰ ਤੇ 40 ਬੀਬੀਆਂ ਵੀ ਨਹੀਂ। ਮੈਂ ਕਿਉਂ ਫਤਿਹ ਬੁਲਾਵਾਂ? ਅੱਖਾਂ ਬੰਦ ਕਰਕੇ ਪੜਨਗੀਆਂ ਮਾਈਕ ਅੱਗੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਸਾਹਮਣੇ ਦੂਜੇ ਗਰੁੱਪ ਵਾਲੀ ਆ ਜਾਵੇ, ਆਪਣੇ ਅੰਦਰ ਹੀ ਕਲ ਕਲੇਸ਼ ਸ਼ੁਰੂ ਹੋ ਜਾਂਦਾ ਹੈ। 50-50 ਸਾਲ ਬੀਤ ਗਏ ਸੁਖਮਨੀ ਪੜਦੇ ਆ, ਅਜੇ ਪਹਿਲੀ ਪੰਕਤੀ ਦਾ ਅਸਰ ਨਹੀਂ ਹੋਇਆ। ਮੰਗਦੀਆਂ ਨੇ ਮਨ ਨੀਵਾ ਮਤ ਉੱਚੀ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਜੀਵਨ ਕੁਝ ਹੋਰ ਬਣਾਉਣਾ ਸਿਖਾਇਆ ਸੀ, ਪਰ ਅਸੀਂ ਕੁਝ ਹੋਰ ਬਣ ਗਏ। ਗੁਰੂ ਅਰਜਨ ਦੇਵ ਜੀ ਨੇ ਆਪ ਜੀਵਨ ਵਿੱਚ ਪਹਿਲੇ ਸੱਚ ਨੂੰ ਢਾਲਿਆ ਤੇ ਸਾਨੂੰ ਸੱਚ ਨਾਲ ਜੋੜਨ ਦਾ ਯਤਨ ਕੀਤਾ, ਪਰ ਅਸੀਂ ਕੀ ਕੀਤਾ? ਆ ਪੁਰਾਤਨ ਸਮਿਆਂ ਵਿੱਚ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਸੀ ਨਾ, ਇੱਕ ਮਾਹੌਲ ਬਣਦਾ ਸੀ। ਉਸ ਮਾਹੌਲ ਨੂੰ ਕਿਸੇ ਲਿਖਾਰੀ ਨੇ ਬੜੇ ਸੁੰਦਰ ਢੰਗ ਨਾਲ ਪ੍ਰਗਟ ਕੀਤਾ। ਇੱਕ ਸਿੱਖ ਜਦੋਂ ਦੂਜੇ ਸਿੱਖ ਨੂੰ ਮਿਲਦਾ ਸੀ, ਅੱਜ ਤੇ ਸਿੱਖ ਸਿੱਖ ਨੂੰ ਫਤਿਹ ਨਹੀਂ ਬੁਲਾਉਂਦਾ, ਤੇ ਪੁਰਾਤਨ ਸਮਿਆਂ ਵਿੱਚ ਕਿਸੇ ਲਿਖਾਰੀ ਨੇ ਲਿਖਿਆ 4 ਮਿਲੇ 64 ਖਿਲੇ। ਕਹਿੰਦੇ ਜਦੋਂ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਵੇਖਦਾ ਸੀ ਨਾ, ਜਦੋਂ ਦੋਵਾਂ ਦੀਆਂ ਅੱਖਾਂ 4 ਹੁੰਦੀਆਂ ਸਨ, ਜਦੋਂ ਆਈ ਕੰਟੈਕਟ ਹੁੰਦਾ ਸੀ, 4 ਮਿਲੇ ਕੀ ਹੁੰਦਾ ਸੀ? 64 ਖਿਲੇ। ਦੋਵਾਂ ਗੁਰਸਿੱਖਾਂ ਦੇ 32 ਦੰਦ ਖਿੜ ਜਾਂਦੇ ਸਨ। 4 ਮਿਲੇ 64 ਖਿਲੇ, 20 ਮਿਲੇ ਕਰ ਜੋੜ। ਇੱਕ ਗੁਰਸਿੱਖ ਦੀਆਂ 10 ਉਂਗਲਾਂ ਤੇ ਦੂਜੇ ਗੁਰਸਿੱਖ ਦੀਆਂ 10 ਕਿੰਨੀਆਂ ਹੋ ਗਈਆਂ ਜੀ? 20। ਜੋੜ ਲਓ ਸਾਰੇ, ਕਰੋ ਕਿਰਪਾ, ਫਿਰ ਕਰੋ ਕਿਰਪਾ।
ਹੁਣ 20 ਉਂਗਲਾਂ ਜਦੋਂ ਹੋ ਜਾਂਦੀਆਂ ਸਨ, 10 ਤੇ 10 20 ਤੇ ਗੱਜ ਕੇ ਕੀ ਬੁਲਾਉਂਦੇ ਸਨ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 4 ਮਿਲੇ 64 ਖਿਲੇ, 20 ਮਿਲੇ ਕਰ ਜੋੜ, ਗੁਰਸਿੱਖ ਸੇ ਗੁਰਸਿੱਖ ਮਿਲੇ, ਖਿੜ ਗਏ 7 ਕਰੋੜ। ਸਿਆਣੇ ਕਹਿੰਦੇ ਨੇ ਸੀਸ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਬੰਦੇ ਦੇ ਸਰੀਰ ਤੇ 7 ਕਰੋੜ ਐਪਰੋਕਸੀਮੇਟ ਰੋਮ ਹੁੰਦੇ ਨੇ। ਇਹ ਰੋਮ ਵੇਖਣਾ ਕਿਹੜੇ? ਜਿਹੜੇ ਰੋਮ ਸਾਡੀਆਂ ਭੈਣਾਂ ਪਲਕਿੰਗ ਕਰਕੇ, ਥ੍ਰੈਡਿੰਗ ਕਰਕੇ, ਵੈਕਸਿੰਗ ਕਰਕੇ, ਬਿਊਟੀ ਪਾਰਲਰ ਤੇ ਭਾਂਤ ਦੇ ਹੀਲੇ ਵਸੀਲੇ ਕਰਕੇ ਡਸਟਬਿਨ ਦੇ ਵਿੱਚ ਸੁੱਟ ਕੇ ਆ ਜਾਂਦੀਆਂ ਨੇ। ਇਹ ਰੋਮ ਅੱਖਾਂ ਬੰਦ ਕਰਕੇ ਪੜ੍ਹਦੀਆਂ ਨੇ, ਉੱਚਾ ਉੱਚਾ ਪੜ੍ਹਨਗੀਆਂ, ਮੇਰੇ ਵੀਰ ਵੀ ਪੜ੍ਹਨਗੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਉਹ ਸਿੱਖ ਪੰਥ ਦਿਓ ਵਾਰਸੋ, ਆਪਣੇ ਅੰਦਰ ਝਾਤ ਮਾਰ ਕੇ ਵੇਖੋ। ਆਪ ਅਸੀਂ ਗੁਰੂ ਤੋਂ ਆਕੀ ਹੋਏ ਪਏ ਆ ਤੇ ਇੱਥੇ ਦਾਵਾ ਕਰਦੇ ਆ ਆਕੀ ਰਹੇ ਨਾ ਕੋਈ। ਅਸੀਂ ਤਾਂ ਆਪ ਆਕੀ ਹੋਏ ਪਏ ਆ ਜਿਹੜੇ ਗੁਰੂ ਦੇ ਬਚਨ ਨੂੰ ਨਹੀਂ ਮਰਦੇ। ਕਰਦੇ ਕੀ ਆ? ਸਿੱਖੀ ਕਮਾਉਣ ਦੀ ਚੀਜ਼ ਏ, ਸਿੱਖੀ ਗੱਲਾਂ ਦਾ ਨਾਮ ਨਹੀਂ। ਡਰਾਇੰਗ ਰੂਮ ਦੇ ਵਿੱਚ ਬੈਠ ਕੇ ਡਿਸਕਸ਼ਨ ਕਰਨਾ, ਸਟੇਜ ਤੋਂ ਬੋਲਣਾ ਸਿੱਖੀ ਦੇ ਬਾਰੇ ਬੜਾ ਆਸਾਨ ਏ। ਗੁਰਸਿੱਖੀ ਬਾਰੀਕ ਹੈ। ਖੰਡੇ ਧਾਰ ਗਲੀ ਅਤ ਪੀੜੀ, ਖੰਡੇ ਦੀ ਧਾਰ ਤੇ ਤੁਰਨਾ ਸਿੱਖੀ ਏ। ਅਸੀਂ ਪੈਸੇ ਦੇ ਕੇ ਬਿਊਟੀ ਪਾਰਲਰ ਤੇ ਆਪ ਇਹ ਕੰਮ ਕਰਾਉਨੇ ਆ। ਮਾਫੀ ਚਾਹਣਾ ਮੇਰੀਓ ਭੈਣੋ, ਮੇਰੀਓ ਧੀਓ, ਮੇਰੀਓ ਮਾਤਾਓ, ਮੇਰੇ ਵੀਰ ਬਜ਼ੁਰਗੋ, ਅੱਜ ਅਸੀਂ ਕਰ ਕੀ ਰਹੇ ਆ? ਲਾਣੀ ਸੀ ਸਾਈਆਂ ਨਾਲ, ਲਾ ਬੈਠੇ ਨਾਈਆਂ ਨਾਲ। ਲਾਣੀ ਸੀ ਸਾਈਆਂ ਨਾਲ ਤੇ ਲਾ ਬੈਠੇ ਨਾਈਆਂ ਨਾਲ। ਤੇ ਇੱਥੇ ਕਹਿੰਦੇ ਆ ਆਕੀ ਰਹੇ ਨਾ ਕੋਈ। ਸਭ ਤੋਂ ਪਹਿਲੇ ਤਾਂ ਅਸੀਂ ਆਪ ਆਕੀ ਆ। ਅਰਦਾਸ ਕਰਨਾ ਹੈ ਸਤਿਗੁਰੂ ਬਖਸ਼ਿਸ਼ ਕਰੋ, ਸਾਨੂੰ ਸਿੱਖੀ ਦੇ ਮਾਰਗ ਤੇ ਤੁਰਨ ਦੀ ਜਾਚ ਬਖਸ਼ੋ। ਪਹਿਲਾ ਦੱਦਾ ਦਰਗਾਹੀ ਦਾਤਾ, ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤੀ ਡਿਟੇਲ 'ਚ ਜਾਵਾਂ। ਦੂਜਾ ਦੱਦਾ, ਪਹਿਲਾ ਦੱਦਾ ਦਰਗਾਹੀ ਦਾਤਾ ਜਿਨ੍ਹਾਂ ਦੇ ਸਦਕੇ ਸਾਡੀ ਧੁਰ ਦਰਗਾਹ ਦੇ ਨਾਲ ਸਾਂਝ ਪੈਂਦੀ, ਤੇ ਦੂਜਾ ਦੱਦਾ ਦੁਨਿਆਵੀ ਦਾਤਾ। ਜੀਵਨ ਜਿਉਣ ਦੇ ਲਈ ਦੁਨੀਆ ਦੇ ਵਿੱਚ ਕਈ ਪ੍ਰਕਾਰ ਦੀਆਂ ਲੋੜਾਂ ਨੇ। ਘਰ ਪਰਿਵਾਰ, ਮਕਾਨ, 2 ਵੀਲਰ 4 ਵੀਲਰ, ਚੰਗਾ ਬਿਜ਼ਨਸ, ਚੰਗੀ ਸਰਵਿਸ, ਹਰ ਚੀਜ਼ ਦੀ ਲੋੜ ਹੈ। ਦੁਨੀਆ ਵਿੱਚ ਜਿਉਣਾ ਹੈ ਨਾ। ਦੁਨਿਆਵੀ ਦਾਤਾਂ ਇਹ ਵੀ ਅਸੀਂ ਆਪਣੇ ਬਾਪੂ ਕੋਲੋਂ ਮੰਗਣੀਆਂ ਨੇ। ਧੀ ਪੁੱਤਰ ਆਪਣੇ ਪਿਓ ਕੋਲੋਂ ਨਾ ਮੰਗੇ ਕਿੱਥੇ ਜਾਵੇ ਦੱਸੋ? ਦੁਨਿਆਵੀ ਦਾਤਾਂ ਭਗਤਾਂ ਨੇ ਵੀ ਮੰਗੀਆਂ। ਭਗਤਾਂ ਨੇ ਵੀ ਗੁਰੂ ਪੂਰੇ ਕੋਲੋਂ, ਨਿਰੰਕਾਰ ਕੋਲੋਂ ਮੰਗੀਆਂ। ਦਾਲ ਸੀਧਾ ਮੰਗੋ ਘਿਓ, ਸਾਰੀ ਗਰੋਸਰੀ ਮੰਗ ਲਈ, ਸਾਰਾ ਰਾਸ਼ਨ ਮੰਗ ਲਿਆ ਭਗਤ ਧੰਨੇ ਨੇ। ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ 7 ਸੀਕਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੈਵਿਆ ਮੰਗੀ। ਮੈਂ ਹੈਰਾਨ ਹੋਣਾ ਜਦੋਂ ਪੰਕਤੀਆਂ ਪੜ੍ਹਨਾ। ਇਤਿਹਾਸ ਕਹਿੰਦਾ ਹੈ ਕਿ ਭਗਤ ਧੰਨਾ ਚਿੱਟਾ ਅਨਪੜ੍ਹ ਕਦੇ ਕਿਸੇ ਸਕੂਲ ਨਹੀਂ ਗਿਆ। ਖੇਤੀ ਕਰਨ ਵਾਲਾ ਇੱਕ ਸਾਧਾਰਨ ਜਿਹਾ ਜੱਟ ਕਿਸਾਨ। ਪਰ ਜਦੋਂ ਬਾਣੀ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਤੇ ਮੈਨੂੰ ਪਤਾ ਨਹੀਂ ਕਿਉਂ ਇਉਂ ਲੱਗਦਾ ਹੈ ਕਿ ਭਗਤ ਧੰਨੇ ਵਰਗਾ ਵਿਦਵਾਨ ਹੀ ਕੋਈ ਨਹੀਂ। ਭਗਤ ਧੰਨੇ ਪਤਾ ਨਹੀਂ ਕਿਹੜੀ ਯੂਨੀਵਰਸਿਟੀ ਵਿੱਚੋਂ ਪੜ੍ਹਾਈ ਕੀਤੀ ਏ, ਮੈਨੂੰ ਸਮਝ ਨਹੀਂ ਆਈ। ਦਾਲ ਮੰਗੀ, ਘਿਓ ਮੰਗਿਆ, ਆਟਾ ਮੰਗਿਆ, ਸਰਾਣਾ ਮੰਗਿਆ, ਤੁਲਾਈ ਮੰਗੀ, ਘੋੜੀ ਮੰਗੀ, ਜੁੱਤੀ ਮੰਗੀ। ਇਹ ਨਹੀਂ ਕਿਹਾ ਵੀ ਮੈਨੂੰ ਚੰਗੀ ਨਹੀਂ ਦੇ। ਪਰ ਜਦੋਂ ਜਨਾਨੀ ਮੰਗੀ ਕਹਿੰਦਾ ਘਰ ਕੀ ਗੀਹਨ ਚੰਗੀ। ਇੱਥੇ ਚੰਗੀ ਕਿਉਂ ਕਹਿਣਾ ਪਿਆ? ਕਿਉਂਕਿ ਭਗਤ ਧੰਨੇ ਨੂੰ ਵੀ ਪਤਾ ਹੈ ਔਰਤ ਦੇ ਹੱਥ ਵਿੱਚ ਮਾਲਕ ਨੇ ਇੰਨੀ ਤਾਕਤ ਬਖਸ਼ੀ ਏ, ਜੇ ਔਰਤ ਚੰਗੀ ਹੋਏਗੀ ਤੇ ਪਰਿਵਾਰ ਆਪੇ ਸੁਧਰ ਜਾਏਗਾ। ਜੇ ਔਰਤ ਨਿਤਨੇਮ ਕਰਨ ਵਾਲੀ ਹੋਏਗੀ, ਉਸ ਦੀ ਕੁੱਖ ਚੋਂ ਪੈਦਾ ਹੋਣ ਵਾਲੇ ਬੱਚੇ ਵੀ ਨਿਤਨੇਮੀ ਹੋਣਗੇ। ਜੇ ਔਰਤ ਸਾਰੇ ਦਿਨ ਬਿਊਟੀ ਪਾਰਲਰ ਤੇ ਬੈਠੀ ਰਵੇ, ਸੱਸ ਭਾਵੇਂ ਫੁਲਕੇ ਨੂੰ ਤਰਸਦੀ ਹੋਵੇ, ਪਾਣੀ ਨੂੰ ਤਰਸਦੀ ਹੋਵੇ, ਤੇ ਫਿਰ ਘਰ ਦੇ ਵਿੱਚ ਖੁਸ਼ੀਆਂ ਨਹੀਂ ਹੋਣਗੀਆਂ, ਨਰਕ ਬਣੇਗਾ। ਇਸ ਕਰਕੇ ਭਗਤ ਧੰਨੇ ਨੇ ਕਿਹਾ ਘਰ ਕੀ ਗੀਹਨ ਚੰਗੀ। ਬੀਬੀਓ, ਭੈਣੋ, ਧੀਓ, ਮਾਤਾਓ, ਤੁਹਾਡੇ ਤੇ ਪੰਥ ਦੀ ਬੜੀ ਵੱਡੀ ਜ਼ਿੰਮੇਵਾਰੀ ਜੇ। ਮੈਂ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿ ਕੇ ਦਾਅਵੇ ਨਾਲ ਕਹਿ ਦਿਆਂ, ਜੇ ਤੁਸੀਂ ਚੰਗੀਆਂ ਬਣ ਜਾਓ, ਵੈਸੇ ਤੁਸੀਂ ਚੰਗੀਆਂ ਹੋ, ਤੁਹਾਡੇ ਤੇ ਕਿਰਪਾ ਹੈ, ਪਰ ਫਿਰ ਬੇਨਤੀ ਕਰਦੇ ਆਂ
जे तुसी चंगियां बन जाओ, जे तुहाडे जीवन में गुरमत का वासा हो जाए ना, ते ऐस पैसे बैठे हुए मेरे वीर बुजुर्ग नौजवान बच्चे आने वाले समय में अमृतधारी होणगे। जे तुसी अमृत छकिया ताई तां बच्चियां नूं अमृत छकण की प्रेरणा दोगे ना। बच्ची जवान होके गुत मना के घर आ जाए, मां आखे धीए की कर आई है, बच्ची ने कहना मां मैं वही किया जो सारी उम्र तैनूं करदियां वेखिया। मां आप सिक्खी का बूटा पुट देंदी है अपने घरों जदों सिक्खी तो बेमुख हो जाती है। जे मां बेमुख है तो उस घर दे विच सिक्खी का बूटा लगना औखी गल है। इसलिए यतन करो मेरियो माताओ, मेरियो भैणों, मेरियो धीओ, तुसी समाज दियां सिरजनहार हो, तुसी गुरु के प्रति कदे बेईमान ना होना, तुसी सदा ईमानदार रहो। मैं गुरु की कृपा सदका एक दावा कर दिया, तुहाडे परिवारां दे विच सिक्खी की खुशबू सहज सुभाए आउण लग पेगी। जदों बचपन तो बच्चा उस माहौल विच वड्डा होएगा, जदों बचपन तो अपनी मां नूं अपने पिता नूं पाठ करदियां बाणी पढ़दियां वेखेगा। दुनियावी दातां जीवन जिउण दे लई जरूरत दियां लोड़ां, पर ध्यान रखना इन्हां लोड़ां विच असीं इन्ने खचत ना हो जाइए कि दाते नूं भुल के दातां विच रुल जाइए। दात प्यारी विसरिया दातारा, ये साडे जीवन विच कदे अवस्था प्रगट ना होवे, ये अरदास करना। लोड़ अनुसार गुरु कदी सानू भुखा नहीं जे मरण देंदा, ध्यान रखना, क्योंकि गुरु सतगुर सबना दा भला मनाएगा। जल में जंत पाई न तिना पी रोजी दे, वो सानू भुखा नहीं जे मरण देंदा, उदी ड्यूटी है सब नू रिजक देण दी। वो गल वखरी है भी वो सानू पेट भरन लई देंदा ते असीं पेटियां भरन विच रुझ गए। दुखी तां हुंदे आ जदों असीं पेटियां भरन वाल रुझ जाने आ, फिर भरा दा भी हक मार, ओहदा भी हक मारे, कुछ करदे ही आ। ते साध संगत जी, गुरु घर आउण दा मकसद सी असीं गुरु दी गोदी दा निगमाणी है। असीं गोदी नूं छड्ड के गदियां वाल टुर पए। ये सब तो वड्डा दुख है साडे समाज दा, साडे पंथ दा। माणना सी सुख गुरु दी गोदी दा, असीं गोदी विचों उठ के ते गदियां वाल भज पए। प्रधानगियां ते होर चौधरां ने अज साडे पंथ दा की हाल कीता। सिख ही सिख दी पग नूं हथ पा रिहा है, एक दूजे तो अगांह निकल जाण दी कोशिश दे विच अज साडे पंथ विच भरा मारू जंग। मैं एक बेनती करां, ऐसे प्रचारक जे दास भी उन्हां दी गिनती च आंदा होवे ना, कदे ना सदिया करो अपनी स्टेजां ते। जेड़े कन्फ्यूजन क्रिएट करते हैं, जेड़े भुलेखे पाउंदे ने, डट के बाणी पढ़ो, डट के नाम जपो, डट के सिमरन करो, अमृत वेले की संभाल करो, गुरु के चरणों नाल जुड़ो। गुरु का उपदेश गुरु ग्रंथ साहब विचों प्रगट होंदा है, किते बाहरों समझण की लोड़ नहीं। जे कोई गल समझ नहीं आउंदी, किसी विद्वान कोलों, किसी बुजुर्ग कोलों पुछ लैण विच कोई हर्ज नहीं। पर जेड़े हर वारी प्रचारक कोई नवीं नवीं मर्यादा दस जांदे ने, दास एक बेनती करां, मर्यादा वड्डी है, बंदा वड्डा नहीं। असीं बंदियां ने मगर टुर पे, जेड़ा आउंदा अपने मगर ला जांदा है। जिंदगी बीत गई बंदियां ने मगर लग्या, कदे गुरु दे मगर भी लग के वेखो। संसार का कोई ऐसा सवाल नहीं जिहदा जवाब गुरु कोल ना होवे। एक पंक्ति सामने आ गई, धन गुरु ग्रंथ साहब जी का बचन है, तुहानू कंठ होएगा। रोज पढ़ने राम जपो जी ऐसे ऐसे, ध्रुव प्रहलाद जप्यो हर जैसे। कदे विचार करना, भावें जिंदगी बीत गई है पंक्तियां पढ़ते हैं। धन श्री गुरु ग्रंथ साहब जी दे विच 15 भगतां दी बाणी है, 11 भट्टां दी बाणी है, 6 गुरु साहबां दी बाणी है, गुरु दे 4 प्यारे सिखां दी बाणी है। पर जदों उदाहरण देण लगे ने गुरु साहब, राम जपण दी प्रेरणा देण लगे ने, ते कहंदे किवें जपो? ध्रुव प्रहलाद जप्यो हर जैसे। ना भगत ध्रुव की बाणी गुरु ग्रंथ साहब जी दर्ज है, ना भगत प्रहलाद की बाणी गुरु ग्रंथ साहब जी दर्ज है, पर उदाहरण उन्होंने दी गई। भगत कबीर की एग्जाम्पल नहीं दी, भगत रविदास दी, भगत फरीद दी, भगत धन्ने दी, भगत सैन की एग्जाम्पल नहीं दी, ते दिती एग्जाम्पल ध्रुव ते प्रहलाद दी। आखिर दे पिछे लॉजिक की है, सिद्धांत की है मेरे गुरु का? इनू विचार के फिर समाप्ति करा। इहदे पिछे बड़ा बड़ा सिद्धांत काम कर रहा है। जदों पढ़ते हैं ना, राम जपो जी ऐसे ऐसे,
राम जपो जी ऐसे ऐसे, ध्रुव प्रहलाद जप्यो हर जैसे, ध्रुव प्रहलाद जप्यो हर जैसे। इत्थे उदाहरण दिती भगत ध्रुव ते भगत प्रहलाद दी। भगत ध्रुव दी उम्र इतिहास दे विच जिक्र आउंदा है लगभग 5.5 वरे, जदों उहनूं राम दे नाम दा ज्ञान होया। भगत प्रहलाद की उम्र लगभग 6 वरे, जदों उन्होंने भगती वाले पासे तुरन की प्रेरणा मिली। हुण हैरानी हुंदी है, भावें गुरमत दे विच उम्र का कोई जिक्र नहीं, उम्र की कोई गल नहीं, पर राम जपण की प्रेरणा देण वेले इन्हां 2 बच्चियां की गल क्यों कीती? इत्थे सानू गुरु साहब एक समझाउणा चाहुंदे ने, जदों परमेश्वर के मार्ग ते टुरना करिए, जदों भगती के मार्ग ते टुरना करिए, बच्चे बन जाइए। क्योंकि बच्चा होंदा है न कलंक न कपट, बच्चा बहुता चतर चलाक नहीं, इसलिए कह दिता जाता है भी ये बच्चे रब का रूप होंदे ने। क्यों होंदे ने? बच्चे अंदर कोई दुनियावी चतुराई नहीं होंदी, बड़ा साफ सुथरा जहन वाला, साफ सुथरे दिल वाला बच्चा। ते सानू समझाया कि तैनू बाहर बड़ी चौधर मिलती होवे, तैनू लखपति करोड़पति अरबपति होने करके बड़ा सत्कार मिलता होवे संसार दे विच, लोकी शाह जी कहते होण, किसी ओहदे करके तैनू प्रधान जी कहते होण, सकत्तर साहब कहते होण, किसी विद्या करके, गुरु दा कीर्तनियां करके या प्रचारक करके, विद्वान करके नमस्कार करते होण, बहुता चौड़ा ना हो जाई। जे किते सोसाइटी दी कोई मैंबर कोई प्रधान कौर मेरी गल सुनदी होवे, बाहर बड़ी प्रधान जी होवे, बाहर चौड़े नहीं हो जाना, इत्थे जदों भी आउणा बच्चे बन के आउणा। बाहर भावें बड़ी चौधर बड़ी जय जयकार हुंदी होवे, गुरु दे चरनां विच बच्चे बन के रहना। एक बेनती करां, जदों तक बच्चे रहोगे तां तक बच्चे रहोगे, ते जे इत्थे आके वड्डे हो गए, इत्थे आके मैं नाल आ गई, चौधरपुणा नाल आ गया, ते बेनती करदे हां जदों तक बच्चे रहोगे तां तक बचे रहोगे, ते जदों वड्डे हो गए उस दिन वड्डे गए। पेड़ मुड़ा हूं कट्टिया तिस डाल सुकंदे, जेड़ा दरखत जड़ नालों वड्डिया जावे ना, उस नूं कदे पत्ते हरियावल विच प्रगट नहीं हुंदे, उस नूं कदे फुल नहीं लगदे, उस दे फुल्लां च कदे खुशबू नहीं आंदी, उन्हों कदे फल नहीं लगदे, उस दरखत दी छां दा भी आनंद नहीं माणिया जा सकदा। जेड़ा जड़ नालों वड्डिया गया, उस दी लक्कड़ केवल बालण दे काम आउंदी है। जदों तक बच्चे रहोगे तां तक बचे रहोगे, जिस दिन वड्डे हो गए उस दिन वड्डे गए। कुछ नहीं जे रहना, इस करके हौमे तो बचना, हंकार तो बचना, ईगो तो बचना, आई तो बचना, मैं तो बचना। सच जानना, जिस दिन मैं तो बचन की जांच आ गई, जिंदगी विच तू प्रगट हो जाना है। उस दिन जिंदगी दे विच ओ रंग लग जाना है जिस रंग नूं उड़ीकदे आ, जिस रंग दी रोज अरदास करने आ, दातिया किते ए रंग मैनू भी लग जावे। लाल रंग तिसको लगा जिसके वड भागा, मैला कदे ना होवई नह लागे दागा। तीजा दद्दा केवल बोल के लंघा दास दा समा 1 मिनट हो रह गया। पहला दद्दा जे दरगाही दाता, दूजा दद्दा जे दुनियावी दाता, ते तीजा दद्दा इन्ना इंपोर्टेंट जे तीजा दद्दा मंगण की जांच ना आई ते पहले 2 दद्दियां दा आनंद नहीं माण सकोगे। वो तीजा दद्दा की है? दे अरोगता। हुण माफी देना, जे दे अरोग नहीं ते दरगाही दाता दा आनंद किवें माणोगे? जे शरीर ही ठीक नहीं, किवें अमृत वेले उठांगे, किवें इशनान करांगे, किवें चौंकड़ा मारांगे, किवें वाहिगुरू गुरमंत्र दा जाप करांगे ते किवें 5 बाणियां पढ़ांगे? जे देह अरोग नहीं तो दुनियावी दाता का आनंद भी नहीं मान सकते। 36 प्रकार के भोजन डाइनिंग टेबल ते पे होण साडे किस काम दे जे शरीर ठीक नहीं। आ 3 दद्दे जे मंगण की जांच आ गई, संसार का कोई ऐसा सुख नहीं जेड़ा साडे जीवन विच प्रगट ना होवे। गुरु कृपा करे, सतगुर दीन दयाल बख्शिश करन, इसे तरह अपने चरनां नाल जोड़ के रखन। बहुत शुकराने धन धन श्री गुरु ग्रंथ साहब जी दे, जिन्हां ने अपने चरनां विच बिठा के कुछ क गल्लां दास गरीब दी हाज़री लवा के सांझियां करवाइयां ने। बहुत शुकराने प्रबंधक वीरां दे, इस अस्थान की प्रबंधक कमेटी, मेरे अत सत्कार योग वीर पंथ दे कीर्तनीय भाई वरिंदर सिंह जी, उन्हां दा समूह जत्था, भाई साहब भाई जगप्रीत सिंह जी जो आप गुरु दे कीर्तनीय ने, इन्हां वीरां ने
ਵਿਚੋਲੇ ਬਣ ਕੇ ਦਾਸ ਗਰੀਬ ਨੂੰ ਇੱਥੇ ਸੱਦਾ ਦਿੱਤਾ ਤੇ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ ਨੇ। ਤੇ ਹੁਣ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਪੰਥ ਦਾ ਬਹੁਤ ਰਸੀਲਿਆ ਕੀਰਤਨੀਆਂ ਦਾ ਜਥਾ, ਇਹਨਾਂ ਨੇ ਤੁਹਾਡੇ ਦਰਸ਼ਨ ਕਰਨੇ ਨੇ। ਫਿਰ ਭਾਈ ਮਨਪ੍ਰੀਤ ਸਿੰਘ ਜੀ ਤੇ ਹੋਰ ਸਾਰੀਆਂ ਕਾਰਵਾਈਆਂ ਸਟੇਜ ਸਕੱਤਰ ਸਾਹਿਬ ਆਪ ਜੀ ਨਾਲ ਸਾਂਝੀਆਂ ਕਰਨਗੇ। ਦਾਸ ਵੱਲੋਂ ਗੁਰਮਤਿ ਦੀ ਗੱਲ ਕਰਦੇ ਆ, ਕੋਈ ਜਾਣੇ ਅਣਜਾਣੇ ਵਿੱਚ ਕੋਈ ਗੁਰਬਾਣੀ ਦੀ ਪੰਕਤੀ ਪੜ੍ਹਦੇ ਆ, ਕੋਈ ਗਲਤੀ ਹੋਈ ਹੋਵੇ, ਖਿਮਾ ਦਾ ਜਾਚਕ ਆ। ਫੇਰ ਕਦੇ ਸਮਾਂ ਬਣਿਆ ਤੁਹਾਡੇ ਦਰਸ਼ਨ ਕਰਾਂਗੇ। ਜਿੱਥੇ ਜਿੱਥੇ ਫਤਿਹ ਟੀਵੀ ਤੁਹਾਡੇ ਘਰਾਂ ਵਿੱਚ ਆਉਂਦਾ, ਗੁਰੂ ਦੀ ਕਿਰਪਾ ਨਾਲ ਰੋਜ਼ ਸਵੇਰੇ 8:30 ਤੋਂ 9 ਫਤਿਹ ਟੀਵੀ ਤੇ ਦਾਸ ਦੀ ਕਥਾ ਗੁਰੂ ਦੀ ਕਿਰਪਾ ਨਾਲ ਚੱਲਦੀ ਏ। ਜੇ ਵੇਖਦੇ ਹੋ ਤੇ ਅਸੀਸ ਦਿਆ ਕਰੋ, ਆਪਣੇ ਨਿਤਨੇਮ ਵਿੱਚ ਪਰਪੱਕ ਹੋਵੋ। ਆਪਣੀ ਅਰਦਾਸ ਕਰਨਾ, ਸਾਡੀ ਅਰਦਾਸ ਕਰਨਾ, ਪ੍ਰਬੰਧਕਾਂ ਦੀ ਅਰਦਾਸ ਕਰਨਾ, ਗੁਰੂ ਦੇ ਕੀਰਤਨੀਆਂ ਦੀ ਅਰਦਾਸ ਕਰਨਾ, ਤਾਂ ਜੇ ਗੁਰੂ ਦੇ ਚਰਨਾਂ ਵਿੱਚੋਂ ਅਸੀਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਭੁੱਲਾਂ ਬਖਸ਼ ਲੈਣਾ ਜੀ, ਗੱਜ ਵੱਜ ਕੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ